ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਹੈ। ਹਰ ਰੋਜ਼ ਖਬਰਾਂ ਜਿਹੜੀਆਂ ਖਾਸ ਤੁਹਾਡੀ ਜਾਣਨੀਆਂ ਜ਼ਰੂਰੀ ਹੁੰਦੀਆਂ ਉਹਨਾਂ ਦੇ ਉੱਪਰ ਆਪਾਂ ਗੱਲਬਾਤ ਕਰਦੇ ਹਾਂ। ਅੱਜ ਵੀ ਆਪਾਂ ਗੱਲ ਕਰਾਂਗੇ ਕਿ ਹੁਣ ਬੜੀ ਪੁਰਾਣੀ ਏਅਰਲਾਈਨ ਜਿਹੜੀ ਕਿ ਜਿਹਦਾ ਉਹ ਬੰਦਾ ਜਾਵੇ ਆਪਾਂ ਨੂੰ ਅੰਦਰ ਕਹਿਣ ਲਈ ਮਹਾਰਾਜੇ ਦੀ ਸ਼ੇਪ 'ਚ ਬਣਾਇਆ ਹੁੰਦਾ ਵੀ ਆਓ ਜੀ ਚੜ੍ਹੋ ਜਹਾਜ਼ 'ਚ ਏਅਰ ਇੰਡੀਆ, ਉਹਦਾ ਕੀ ਬਣਿਆ? ਕਿਉਂਕਿ ਆਉਣ ਵਾਲੇ ਦਿਨਾਂ 'ਚ ਲੱਗਦਾ ਵੀ ਉਹਦੇ 'ਤੇ ਵੀ ਹੁਣ ਠੱਪੇ ਕੋਈ ਹੋਰ ਲੱਗ ਜਾਣਗੇ, ਉਹ ਗੱਲ ਕਰਾਂਗੇ। ਇਸ ਤੋਂ ਬਾਅਦ ਸੋਸ਼ਲ ਮੀਡੀਆ ਜਿਸ ਤਰ੍ਹਾਂ ਵੱਧ ਰਿਹਾ, ਫੈਲ ਰਿਹਾ, ਹੁਣ ਲੱਗਦਾ ਕਿ ਵੀ ਸਰਕਾਰ ਉਹਦੇ ਲਈ ਵੀ ਕਾਨੂੰਨੀ ਬੰਦਿਸ਼ਾਂ ਜਿਹੜੀਆਂ ਉਹ ਲਿਆਉਣ ਜਾ ਰਹੀ ਆ। ਸੁਪਰੀਮ ਕੋਰਟ ਚਰਚਾ ਹੈ, ਉਹ ਕੀ ਕਹਾਣੀ ਉਹ ਵੀ ਸਮਝਾਂਗੇ। ਫਿਰ ਜਿਹੜੇ ਖੇਤੀ ਬਿੱਲ ਨੇ ਉਹਨਾਂ ਨੂੰ ਲੈ ਕੇ ਬਾਕੀ ਸਾਰੀਆਂ ਪਾਰਟੀਆਂ ਦਾ ਸਟੈਂਡ ਤਾਂ ਕਲੀਅਰ ਹੋ ਰਿਹਾ, ਪਰ ਬੀਜੇਪੀ ਦੀ ਪੰਜਾਬ ਵਾਲੀ ਇਕਾਈ ਕਿਉਂਕਿ ਕੇਂਦਰੀ ਧਿਰ ਨਾਲ ਹੀ ਖੜੀ ਹੈ, ਪਰ ਇਸ ਵਕਤ ਉਹਨਾਂ ਨੂੰ ਜਿਹੜਾ ਫਿਊਚਰ ਉਹ ਪੰਜਾਬ 'ਚ ਜਾਪਦਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਇੱਥੇ ਵੀ ਆਪਣਾ ਮੁੱਖ ਮੰਤਰੀ ਬਣਾਉਣਾ। ਇਹ ਦੋ ਗੱਲਾਂ ਅਲੱਗ-ਅਲੱਗ ਨੇ, ਇਹ ਵੀ ਆਪਾਂ ਅੱਜ ਵਿਚਾਰਾਂਗੇ। ਇਸ ਤੋਂ ਇਲਾਵਾ ਕੁਝ ਖਬਰਾਂ ਹੋਰ ਨੇ ਜਿਹੜੀਆਂ ਆਪਾਂ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਪੰਨ ਸਾਹਿਬ ਦਾ। ਪੰਨ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨ ਸਾਹਿਬ, ਬਾਕੀ ਚੀਜ਼ਾਂ ਵਾਲੇ ਪਾਸੇ ਜਾਣ ਤੋਂ ਪਹਿਲਾਂ ਮੈਂ ਚਾਹੁੰਦਾ ਆਪਾਂ ਏਅਰ ਇੰਡੀਆ ਤੋਂ ਹੀ ਗੱਲ ਸ਼ੁਰੂ ਕਰ ਲਈਏ ਕਿ ਉਹ ਮਹਾਰਾਜਾ ਹੁਣ ਫਿਰ ਨਹੀਂ ਕਿਹਾ ਕਰੂਗਾ ਜੀ ਆਓ ਚੜ੍ਹੋ ਜਹਾਜ਼ ਦੇ ਵਿੱਚ। ਇਹ ਪਤਾ ਨਹੀਂ ਉਦੋਂ ਇਹਦਾ ਲੋਗੋ ਮਹਾਰਾਜਾ ਵਾਲਾ ਕਿੱਦਾਂ ਬਣਾ ਦਿੱਤਾ ਗਿਆ ਜੀ। ਹਾਲਤ ਤਾਂ ਇਹਦੀ ਜਦੋਂ ਤੋਂ ਇਹ ਏਅਰਲਾਈਨ ਚੱਲੀ ਆ ਉਦੋਂ ਦੀ ਬਹੁਤੀ ਵਧੀਆ ਨਹੀਂ ਜੀ। ਇੱਕ ਬੰਦਾ ਤੁਰਾ ਤੁਰਾ ਜਾਂਦਾ, ਠੇਡਾ ਲੱਗ ਕੇ ਡਿੱਗ ਪਿਆ, ਕਹਿੰਦਾ ਮਾਰ ਲਿਆ ਬੁਢਾਪੇ ਨੇ ਜੀ। ਫਿਰ ਉਹਨੇ ਖੱਬੇ ਸੱਜੇ ਵੇਖਿਆ ਵੀ ਸੁਣਦਾ ਤਾਂ ਕੋਈ ਨਹੀਂ ਆਪਾਂ ਹੀ ਆ। ਕਹਿੰਦਾ ਜਵਾਨੀ ਵੇਲੇ ਕਿਹੜੇ ਮੂੰਗਲੀਆਂ ਪੇਲਦੇ ਸਾਂ, ਹਾਲ ਸਾਡਾ ਉਦੋਂ ਵੀ ਇੱਦਾਂ ਦੇ ਹੁੰਦਾ ਸੀ। ਏਅਰ ਇੰਡੀਆ ਵੀ ਇਹ ਨਹੀਂ ਕਿ ਕਰੋਨਾ ਦੇ ਦੌਰ ਵਿੱਚ ਆ ਕੇ ਖਰਾਬ ਹੋਈ ਜੀ। ਪਹਿਲਾਂ ਵੀ ਪਿਛਲੇ 30-40 ਸਾਲਾਂ ਤੋਂ ਅਸੀਂ ਵੀ ਸੁਣਦੇ ਆਉਂਦੇ ਕਿ ਇਹਦਾ ਹਾਲ ਮੰਦਾ ਜੀ। ਅੱਜ ਜਦੋਂ ਦੀਆਂ ਪ੍ਰਾਈਵੇਟ ਏਅਰਲਾਈਨਾਂ ਆ ਗਈਆਂ ਉਹਨਾਂ ਨੇ ਤਾਂ ਹਾਲ ਹੋਰ ਮੰਦਾ ਹੋ ਗਿਆ ਕਰ ਦਿੱਤਾ, ਕਿਉਂਕਿ ਜਿੰਨੇ ਕਮਰਸ਼ੀਅਲ ਕੰਮ ਨੇ, ਕਮਾਈ ਵਾਲੇ ਕੰਮ ਨੇ, ਜੀ, ਉਹ ਪ੍ਰਾਈਵੇਟ ਏਅਰਲਾਈਨਾਂ ਕਰਦੀਆਂ ਨੇ। ਅਤੇ ਏਅਰ ਇੰਡੀਆ ਦੇ ਸਾਹਮਣੇ ਇਹ ਰਹਿ ਗਿਆ ਕਿ ਸਰਕਾਰ ਦਾ ਜਿਹੜੀ ਮੁਫਤ ਦੀ ਵਗਾਰ ਆ ਉਹ ਕਰੇ। MP ਜਾਣੇ ਨੇ, ਮੰਤਰੀ ਜਾਣੇ ਨੇ, ਪਾਰਲੀਮੈਂਟ 'ਚ ਬਹਿਸ ਹੋਈ ਅਤੇ ਇਸ ਗੱਲ ਦੀ ਮੰਗ ਉੱਠੀ ਪਿਛਲੀ ਪਾਰਲੀਮੈਂਟ 'ਚ ਜੀ ਜੀ ਕਿ ਜਦੋਂ ਕੋਈ MP ਜਾਂਦਾ ਅਤੇ MP ਸਤਿਕਾਰਤ ਲੋਕਾਂ ਦਾ ਚੁਣਿਆ ਹੋਇਆ ਆਗੂ ਆ, ਏਅਰ ਇੰਡੀਆ ਦਾ ਮੈਨੇਜਰ ਲੈਵਲ ਦਾ ਕੋਈ ਨਾ ਕੋਈ ਅਧਿਕਾਰੀ ਉਹਨੂੰ ਏਅਰਪੋਰਟ 'ਤੇ ਬਾਹਰੋਂ ਲੈਣ ਵਾਸਤੇ ਆਵੇ ਅਤੇ ਜਦੋਂ ਉਹ ਫਲਾਈਟ ਤੋਂ ਉਤਰੇ ਅਤੇ ਬਾਹਰ ਤੱਕ ਛੱਡਣ ਵਾਸਤੇ ਜਾਵੇ ਜੀ। ਪਰ ਇਸ ਗੱਲ ਦਾ ਕਦੇ ਜ਼ਿਕਰ ਨਹੀਂ ਹੋਇਆ ਕਿ ਏਅਰ ਇੰਡੀਆ 'ਚ ਮੁਸਾਫਰਾਂ ਵਾਸਤੇ ਸਹੂਲਤਾਂ ਵਧਾਈਆਂ ਜਾਣ। ਜੀ। ਏਅਰ ਇੰਡੀਆ ਨੂੰ ਮਤਲਬ ਜਿਵੇਂ ਘਰ ਦਾ ਗੱਡਾ ਹੁੰਦਾ ਉਸ ਤਰ੍ਹਾਂ ਵਰਤਿਆ ਗਿਆ। ਜਿਹੜੀ ਪਿਛਲੀ ਸਰਕਾਰ ਸੀ ਮਨਮੋਹਨ ਸਿੰਘ ਵਾਲੀ, ਉਹਦੇ 'ਚ NCP ਦਾ ਮੰਤਰੀ ਹੁੰਦਾ ਸੀ ਪ੍ਰਫੁੱਲ ਪਟੇਲ ਜੀ। ਉਹਦੇ ਵਕਤ ਉਹਦੀ ਧੀ IPL ਕ੍ਰਿਕਟ ਦੀ ਇੱਕ ਟੀਮ ਦੀ ਮੀਡੀਆ ਆਫਿਸਰ ਸੀ। ਜਹਾਜ਼ ਦਿੱਲੀ ਤੋਂ ਉੱਡਿਆ, ਮੁੰਬਈ ਨੂੰ ਜਾਣਾ ਸੀ, 2.25 ਘੰਟਿਆਂ ਦੀ ਫਲਾਈਟ ਸੀ। ਅੱਧ 'ਚੋਂ ਜਾ ਕੇ ਅਤੇ ਉੱਥੋਂ ਮੋੜ ਕੇ ਲਿਆ ਕੇ ਚੰਡੀਗੜ੍ਹ ਉਤਾਰਤਾ ਜੀ। ਇੱਥੋਂ ਇੱਕ ਕ੍ਰਿਕਟ ਟੀਮ ਲੱਦੀ, ਉਹਨੂੰ ਕਲਕੱਤੇ ਲੈ ਗਏ, ਉੱਥੇ ਉਤਾਰ ਕੇ ਜਹਾਜ਼ ਫਿਰ ਬੰਬੇ ਲੈ ਕੇ ਗਏ। ਜਿਹੜੀ 2.25 ਘੰਟਿਆਂ ਦੀ ਫਲਾਈਟ ਸੀ ਉਹ ਮੁਸਾਫਰ 11 ਘੰਟਿਆਂ ਬਾਅਦ ਉੱਥੇ ਪਹੁੰਚੇ। ਜੀ। ਕੋਰਟ ਤੱਕ ਵੀ ਕੇਸ ਗਿਆ। ਗੱਲ ਕੀ ਸੀ ਕਿ ਜਿਹੜੀ ਟੀਮ ਨਾਲ ਮੰਤਰੀ ਦੀ ਧੀ ਸੀਗੀ ਉਸ ਟੀਮ ਨੂੰ ਜਹਾਜ਼ ਨਹੀਂ ਸੀ ਮਿਲਦਾ ਕੋਈ, ਅਤੇ ਉਹਨੇ ਆਖਿਆ ਗੱਲ ਹੀ ਕੋਈ ਨਹੀਂ, ਘਰ ਦੀ ਏਅਰਲਾਈਨ ਹੈ। ਇੱਦਾਂ ਦਾ ਕੰਮ ਵੀ ਹੁੰਦਾ ਰਿਹਾ। ਕਿੰਨੀਆਂ ਥਾਵਾਂ 'ਤੇ ਇਹਦੀ ਦੁਰਵਰਤੋਂ ਹੁੰਦੀ ਰਹੀ। ਹੁਣ ਇਹਦੀ ਹਾਲਤ ਇਹ ਹੈ ਕਿ ਪ੍ਰੋਵੀਡੈਂਟ ਫੰਡ ਕੋਈ ਵੀ ਅਦਾਰਾ ਜੇ ਵੇਲੇ ਸਿਰ ਜਮ੍ਹਾਂ ਨਹੀਂ ਕਰਾਉਂਦਾ ਜੀ, ਉਹ ਡਿਫਾਲਟਰ ਹੁੰਦਾ ਅਤੇ ਉੱਤੇ ਕੇਸ ਦਰਜ ਹੋ ਸਕਦਾ। ਏਅਰ ਇੰਡੀਆ ਨਾ ਤਾਂ TDS ਜਿਹੜਾ ਮੁਲਾਜ਼ਮਾਂ ਦੀਆਂ ਤਨਖਾਹਾਂ 'ਚੋਂ ਕੱਟਿਆ ਉਹ ਅਗਲੇ ਪਾਸੇ ਸਰਕਾਰ ਨੂੰ ਦੇ ਸਕੀ ਹੈ, ਜੀ, ਜਿਹੜਾ ਇਨਕਮ ਟੈਕਸ ਮਹਿਕਮਾ ਨੂੰ ਨਹੀਂ ਦੇ ਸਕੀ, ਅਤੇ ਨਾ ਜਿਹੜਾ ਪ੍ਰੋਵੀਡੈਂਟ ਫੰਡ ਆ ਮੁਲਾਜ਼ਮਾਂ ਦਾ ਉਹ ਜਮ੍ਹਾਂ ਕਰਾ ਸਕੀ ਹੈ। ਦੋਵਾਂ ਗੱਲਾਂ ਤੋਂ ਡਿਫਾਲਟਰ ਹੈ। ਹੁਣ ਖਜ਼ਾਨਾ ਮੰਤਰੀ ਬੀਬੀ ਕਹਿੰਦੀ ਹੈ ਕਿ ਜਾਂ ਨੂੰ ਵੇਚਣਾ ਪਊ ਜਾਂ ਏਅਰਲਾਈਨ ਬੰਦ ਹੋਊ। ਜੀ। ਮੇਰਾ ਖਿਆਲ ਇਹ ਆ ਕਿ ਇਹਨਾਂ ਦੀ ਕੋਸ਼ਿਸ਼ ਹੈ ਕਿ ਬੰਦ ਹੋ ਜਾਵੇ। ਬੋਲੀ ਵਾਸਤੇ ਨਾ 3-4 ਵਾਰ ਸੱਦੇ ਦਿੱਤੇ ਆ, ਕੋਈ ਲੈਣ ਵਾਸਤੇ ਨਹੀਂ ਆਇਆ। ਜੀ। ਸੱਦਿਆਂ ਦੇ ਮਾਮਲੇ ਵਿੱਚ ਵੀ ਲੱਗਦਾ ਇਹ ਆ ਕਿ ਵਿਖਾਵੇ ਵਾਸਤੇ ਸੱਦੇ ਦਿੱਤੇ ਜਾਂਦੇ, ਅਗਲੀ ਵਾਰੀ ਹੋਰ ਘਟਾ ਕੇ ਰੇਟ ਸੱਦੇ ਦਿੱਤੇ ਜਾਂਦੇ, ਅਗਲੀ ਵਾਰੀ ਹੋਰ ਘਟਾ ਕੇ ਦਿੱਤੇ ਜਾਂਦੇ ਆ। ਜਦੋਂ ਰੁਪਈਆ ਜਵਾਨੀ 'ਚ ਵੇਚਣਾ ਹੋਇਆ 1 ਲੱਖ ਕਰੋੜ ਵਾਲੇ ਮਾਲ ਜਿਹੜਾ ਜੀ, ਜੇ ਸਿਰਫ 25,000 ਕਰੋੜ 'ਚ ਵੇਚਣਾ ਹੋਇਆ, ਉਦੋਂ ਕੋਈ ਨਾ ਕੋਈ ਆਪਣਾ ਮਰਜ਼ੀ ਦਾ ਸਰਮਾਏਦਾਰ ਸੱਦ ਕੇ ਉਹਨੂੰ ਕਹਿਣਗੇ ਕਿ ਹੁਣ ਮੁਫਤ ਦੇ ਮਾਲ ਕੌਡੀਆਂ ਦੇ ਭਾਅ ਮਾਲ ਮਿਲਦਾ, ਚੱਕ ਲਾ, ਉਹਦੀ ਝੋਲੀ ਢੇਰੀ ਕਰ ਦੇਣਗੇ। ਇਹ ਖੇਡ ਇਸ ਤਰ੍ਹਾਂ ਦੀ ਚੱਲਦੀ ਪਈ ਹੈ ਜਿਸ 'ਚ ਏਅਰਲਾਈਨ ਘਾਟੇ 'ਚ ਨਹੀਂ ਜਾ ਰਹੀ, ਘਾਟੇ 'ਚ ਪਾਈ ਜਾ ਰਹੀ ਹੈ ਤਾਂ ਕਿ ਇਹਨੂੰ ਵੇਚਿਆ ਜਾ ਸਕੇ। ਇਹਦੇ ਬਾਰੇ ਪਿੱਛੇ ਕੋਈ ਗਹਿਰੀ ਖੇਡ ਚੱਲ ਰਹੀ ਹੈ। ਜੀ।
ਇਹ ਸਿਆਸੀ ਗੱਲਾਂ ਮੈਨੂੰ ਸਭ ਚਲੋ ਹੌਲੀ ਹੌਲੀ ਹੁਣ ਤਾਂ ਲੋਕਾਂ ਦੇ ਸਾਹਮਣੇ ਆਉਣ ਲੱਗ ਪਈਆਂ। ਪਹਿਲਾਂ ਗੱਲ ਹੋਰ ਹੁੰਦੀ ਸੀ ਕਿ ਜਦੋਂ ਅਜੇ ਜਿਹੜੀ ਚਰਚਾ ਹੈ ਉਹ ਬਸ ਉੱਥੇ ਦਫ਼ਤਰਾਂ ਦੇ ਵਿੱਚ ਰਹਿਣੀ ਅਤੇ ਦਫ਼ਤਰਾਂ ਤੋਂ ਬਾਅਦ ਪਤਾ ਹੀ ਉਦੋਂ ਲੱਗਣੀ ਜਦੋਂ ਕਿੰਨੇ ਸਾਲ ਨਿਕਲ ਜਾਣੇ ਅਤੇ ਜੇ ਕੇਸ ਸਾਹਮਣੇ ਵੀ ਆਉਣਾ ਅਤੇ ਫਿਰ ਇਹ ਪਤਾ ਲੱਗਣਾ ਵੀ ਭਾਈ ਉਹ ਜਿਹੜਾ ਬੰਦਾ ਸਾਈਨ ਕਰਕੇ ਗਿਆ ਸੀ ਅੱਜ ਕੱਲ੍ਹ ਉਹ ਪਾਰਟੀ 'ਚ ਨਹੀਂ ਹੈਗਾ ਜਾਂ ਫਿਰ ਉਹ ਸਿਆਸਤ 'ਚ ਨਹੀਂ ਹੈਗਾ ਜਾਂ ਦੁਨੀਆ 'ਤੇ ਨਹੀਂ ਹੈਗਾ। ਹਾਂ, ਜਾਂ ਦੁਨੀਆ 'ਤੇ ਨਹੀਂ ਹੈਗਾ। ਅਗਲੀ ਗੱਲ ਮੈਂ ਜਿਹੜੀ ਪੁੱਛਣੀ ਚਾਹੁੰਦਾ ਇਸ ਤੋਂ ਪਹਿਲਾਂ ਬਾਕੀ ਖਬਰਾਂ ਵੱਲ ਜਾਵਾਂ, ਮੈਨੂੰ ਇਹ ਧਿਆਨ ਆ ਗਿਆ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਪਿਛਲੇ ਦਿਨਾਂ 'ਚ ਤਬਦੀਲੀ ਆਈ ਹੈ, ਆਸ਼ਾ ਕੁਮਾਰੀ ਹੋਰਾਂ ਦੀ ਜਗ੍ਹਾ ਦੇ ਉੱਪਰ ਹਰੀਸ਼ ਰਾਵਤ ਹੋਰਾਂ ਨੂੰ ਇੰਚਾਰਜ ਬਣਾਇਆ। ਉਹਨਾਂ ਨੇ ਆਉਂਦਿਆਂ ਹੀ ਜਿਹੜੇ ਬਿਆਨ ਦੇਣੇ ਸ਼ੁਰੂ ਕੀਤੇ ਆ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਵੱਡੇ ਨੇਤਾ ਨੇ ਪਰ ਨਵਜੋਤ ਸਿੰਘ ਸਿੱਧੂ ਪ੍ਰਾਪਰਟੀ ਦੇ ਲਈ ਇੱਕ ਐਸਟ ਨੇ ਅਤੇ ਉਹਨਾਂ ਦੀ ਸਾਨੂੰ ਪੰਜਾਬ ਨਹੀਂ ਪੂਰੇ ਦੇਸ਼ 'ਚ ਲੋੜ ਆ। ਇਸ ਬਿਆਨ ਦੇ ਕੀ ਮਾਇਨੇ ਕੱਢੇ ਜਾਣ ਜੀ? ਦੇਖੋ, ਹਰੀਸ਼ ਰਾਵਤ ਬਹੁਤ ਸੁਲਝਿਆ ਆਦਮੀ ਹੈ ਜੀ, ਬਹੁਤ ਗਹਿਰੀ ਚਾਲ ਚੱਲਣ ਵਾਲਾ। ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੁੰਦਿਆਂ ਉਹਦੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਮੰਤਰੀ ਦੇ ਤੌਰ 'ਤੇ ਸਾਰਾ ਦਫ਼ਤਰ ਇਹ ਚਲਾਉਂਦਾ ਸੀ ਜੀ। ਫਿਰ ਇਹਨੂੰ ਉੱਤਰਾਖੰਡ 'ਚ ਮੁੱਖ ਮੰਤਰੀ ਬਣਾਇਆ ਗਿਆ। ਪਹਿਲੇ ਮੁੱਖ ਮੰਤਰੀ ਵਿਜੇ ਗੁਣਾ ਨੂੰ ਲਾਹ ਕੇ ਉਹਦੀ ਥਾਂ ਨੂੰ ਬਣਾਇਆ ਗਿਆ। ਇਹਦੇ ਬਣਨ ਤੋਂ ਬਾਅਦ ਕਈ ਕਿਸਮ ਦੀਆਂ ਉੱਥੇ ਖੇਡਾਂ ਹੋਈਆਂ, ਹਾਈ ਕੋਰਟ ਤੱਕ ਕੇਸ ਗਿਆ, ਸੁਪਰੀਮ ਕੋਰਟ ਤੱਕ ਕੇਸ ਗਿਆ ਜੀ। ਉਹ ਸਾਰੀਆਂ ਖੇਡਾਂ ਨੇ ਖੇਡੀਆਂ ਹੋਈਆਂ ਅਤੇ ਬੀਜੇਪੀ ਦੀ ਕੇਂਦਰ ਸਰਕਾਰ ਬਣ ਚੁੱਕੀ ਸੀ। ਇਹ ਸਾਰਾ ਜ਼ੋਰ ਲਾਉਣ ਦੇ ਬਾਵਜੂਦ ਇਹਨੂੰ ਉੱਥੋਂ ਲਾਹ ਨਹੀਂ ਸੀ ਸਕੀ ਜੀ। ਅਗਲੀਆਂ ਚੋਣਾਂ 'ਚ ਹਾਰ ਗਿਆ। ਮੋਦੀ ਲਹਿਰ ਥੱਲੇ ਵੱਖਰੀ ਗੱਲ ਹੈ, ਪਰ ਜਿੰਨਾ ਚਿਰ ਰਿਹਾ ਇਹਨੇ ਉੱਥੇ ਕਿਸੇ ਦੇ ਪੈਰ ਨਹੀਂ ਸੀ ਲੱਗਣ ਦਿੱਤੇ। ਹੁਣ ਜਦੋਂ ਇਹਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਅਤੇ ਕਾਂਗਰਸ ਪਾਰਟੀ ਨੇ ਕੁਝ ਸੋਚ ਕੇ ਹੀ ਬਣਾਇਆ, ਇਸੇ ਕਰਕੇ ਬਣਾਇਆ ਕਿ ਸਾਰੀਆਂ ਤਿਗੜਮਾਂ ਜਾਣਦਾ। ਜਦੋਂ ਆਇਆ ਉਹਦੇ ਆਉਣ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਨੇ ਸੈਂਟਰ 'ਚ ਅਦਲਾ ਬਦਲੀਆਂ ਕੀਤੀਆਂ ਜੀ। ਕੁਝ ਪੁਰਾਣੇ ਲੀਡਰ ਪਾਸੇ ਕੀਤੇ, ਕੁਝ ਨਵੇਂ ਅੱਗੇ ਲਿਆਂਦੇ। ਉਹਦੇ 'ਚ ਉਹ 23 ਲੀਡਰ ਚਿੱਠੀ ਲਿਖਣ ਵਾਲੇ ਜਿਹੜੇ ਸੀ, ਜਿਨ੍ਹਾਂ ਨੇ ਕੇਂਦਰ ਦੀ ਹਾਈ ਕਮਾਂਡ ਜਿਹੜੀ ਕਾਂਗਰਸ ਦੀ ਉਹਨੂੰ ਝਟਕਾ ਦਿੱਤਾ ਸੀ ਜੀ, ਉਹਨਾਂ ਬਹੁਤਿਆਂ ਦਾ ਝਟਕਾ ਹੋ ਗਿਆ। ਪਰ ਸਾਡੇ ਪੰਜਾਬ ਦੇ ਮਾਮਲੇ ਵਿੱਚ ਵੀ ਇਹ ਦਖਲ ਦਿੱਤਾ ਗਿਆ ਕਿ ਅੱਗੇ ਆਸ਼ਾ ਕੁਮਾਰੀ ਇੱਥੇ ਹੁੰਦੀ ਸੀ ਇੰਚਾਰਜ ਸੈਂਟਰ ਵੱਲੋਂ, ਆਸ਼ਾ ਕੁਮਾਰੀ ਨੂੰ ਹਟਾ ਕੇ ਹਰੀਸ਼ ਰਾਵਤ ਨੂੰ ਲਾ ਦਿੱਤਾ ਗਿਆ। ਹਰੀਸ਼ ਰਾਵਤ ਦੇ ਆਉਣ ਤੋਂ ਬਾਅਦ ਜਿਵੇਂ ਪੰਜਾਬ ਦੀ ਕਾਂਗਰਸ ਵਿੱਚੋਂ ਸਿਰਫ ਇੱਕ ਬੰਦੇ ਨੂੰ ਚੁਣ ਕੇ ਸੈਂਟਰ 'ਚ ਇਨਵਾਈਟੀ ਬਣਾਇਆ ਗਿਆ ਜੀ। ਵੱਡੇ ਵੱਡੇ ਪਾਸੇ ਕਰ ਦਿੱਤੇ ਗਏ। ਜਿਹੜੇ ਸਰਕਾਰ ਚਲਾਉਣ ਵਾਲੇ ਉਹਨਾਂ ਨੂੰ ਵੀ ਨਹੀਂ ਪੁੱਛਿਆ, ਜਿਹੜੇ ਸਰਕਾਰ ਦਾ ਵਿਰੋਧ ਕਰਨ ਵਾਲੇ ਖਾਸ ਤੌਰ 'ਤੇ 2 MP ਰੋਜ਼ ਉੱਥੇ ਵੱਖਰੇ ਤੌਰ 'ਤੇ ਬਿਆਨ ਦਿੰਦੇ ਆ, ਉਹਨਾਂ ਨੂੰ ਵੀ ਨਹੀਂ ਪੁੱਛਿਆ ਜੀ। ਅਤੇ ਉਹਦੇ ਤੋਂ ਬਾਅਦ ਜਿਵੇਂ ਅਚਾਨਕ ਨਵਜੋਤ ਸਿੰਘ ਸਿੱਧੂ ਬਾਰੇ ਇਸ਼ਾਰਾ ਕੀਤਾ ਗਿਆ, ਬਿਆਨ ਦਿੱਤਾ ਗਿਆ, ਉਸ ਬਿਆਨ ਦੇ ਕੁਝ ਅਰਥ ਨਿਕਲਦੇ ਆ। ਵਾਹਵਾ ਸਾਰੇ ਲੋਕ ਆ ਜਿਹੜੇ ਸਮਝਦੇ ਆ ਕਿ ਨਵਜੋਤ ਸਿੰਘ ਸਿੱਧੂ ਦਾ ਰੁਤਬਾ ਬਹਾਲ ਕੀਤਾ ਜਾ ਸਕਦਾ ਔਰ ਉਹ ਹਰੀਸ਼ ਰਾਵਤ ਕਰ ਸਕਦਾ। ਇਹਦੇ 'ਚ ਸਭ ਤੋਂ ਜਿਹੜੀ ਕਮਜ਼ੋਰ ਕੜੀ ਆ ਉਹ ਨਵਜੋਤ ਸਿੰਘ ਸਿੱਧੂ ਖੁਦ ਜੀ। 1.25 ਸਾਲ ਤੋਂ ਵੱਧ ਹੋ ਗਿਆ ਆਪਣੇ ਘਰ ਦੇ ਵਿੱਚ ਬੈਠਾ। ਉਹ ਨਵਜੋਤ ਸਿੰਘ ਸਿੱਧੂ ਜਿਹਦੇ ਬਾਰੇ ਸ਼ਰਤਾਂ ਲਾਉਂਦੇ ਸੀ ਕਿ ਸ਼ਰਤ ਲਾਓ 5 ਮਿੰਟ ਚੁੱਪ ਕਰਕੇ ਨਹੀਂ ਰਹਿ ਸਕਦਾ, ਉਹ ਸਿੱਧੂ ਹੁਣ 1.25 ਸਾਲ ਤੋਂ ਵੱਧ ਹੋ ਗਿਆ ਘਰ ਚੁੱਪ ਕਰਕੇ ਬੈਠਾ ਅਤੇ ਲੋਕੀ ਸ਼ਰਤਾਂ ਲਾਉਂਦੇ ਕਿ ਚੁੱਪ ਤੋੜੂਗਾ ਕਿ ਨਹੀਂ ਤੋੜੂਗਾ, ਬੋਲੂਗਾ ਕਿ ਨਹੀਂ ਬੋਲੂਗਾ। ਹੁਣ ਆ ਹਰਸਿਮਰਤ ਕੌਰ ਬਾਦਲ ਦੇ ਸਵਾਲ ਦੇ ਉੱਤੇ ਉਹਨੇ ਚੁੱਪ ਤੋੜ ਕੇ ਇੱਕ ਟਵੀਟ ਕੀਤਾ। ਉਹ ਟਵੀਟ BJP ਦੇ ਖਿਲਾਫ ਹੈ ਅਤੇ ਠੀਕ ਹੈ, ਇਹ ਕਾਂਗਰਸੀ ਲੀਡਰ ਹੈ, MLA ਵੀ ਆ, ਇਹਨੂੰ ਠੀਕ ਲੱਗਦਾ ਕਿਸਾਨਾਂ ਨਾਲ ਧੱਕਾ ਹੋ ਰਿਹਾ ਵਾ ਅਤੇ BJP ਕਰ ਰਹੀ ਹੈ ਅਤੇ ਉੱਤੇ ਇਹਨੇ ਠੀਕ ਟਵੀਟ ਕੀਤਾ। ਪਰ ਉਹਦੇ ਉੱਤੇ ਵੀ ਲੋਕਾਂ ਵਿੱਚ ਇਸ ਗੱਲ ਦਾ ਰੰਜ ਬਹੁਤ ਹੈ ਕਿ ਇੰਨਾ ਚਿਰ ਤੱਕ ਰੌਲਾ ਪੈਂਦਾ ਰਿਹਾ, ਕਿਸਾਨ ਮਰਦੇ ਰਹੇ, ਬਹੁਤ ਕੁਛ ਹੋਇਆ, ਸਿੱਧੂ ਤੂੰ ਹੁਣ ਤੱਕ ਚੁੱਪ ਕਿਉਂ ਨਹੀਂ ਤੋੜੀ? ਹਰੀਸ਼ ਰਾਵਤ ਦੇ ਆਉਣ ਤੋਂ ਬਾਅਦ ਜੇ ਸਿੱਧੂ ਚੁੱਪ ਤੋੜ ਦੇਵੇ, ਇੱਕ ਵਾਰੀ ਫਿਰ ਮੈਦਾਨ 'ਚ ਆ ਜਾਵੇ, ਜਿਹੜੀਆਂ ਵਿਰੋਧੀ ਧਿਰਾਂ ਜਾਂ ਉਹਦੀ ਆਪਣੀ ਪਾਰਟੀ ਵਿਚਲੇ ਵਿਰੋਧੀ ਆ ਉਹਨਾਂ ਨੂੰ ਵੀ ਕੋਈ ਨਾ ਕੁਝ ਵੱਟ ਤਾਂ ਲੱਗ ਸਕਦਾ। ਪਰ ਆਖਿਰਕਾਰ ਕਿੰਨਾ ਕੁ ਚੁੱਪ ਰਹਿਣਾ? ਜਿਹੜਾ ਬੰਦਾ ਬਿਲਕੁਲ ਹੀ ਚੁੱਪ ਰਹਿ ਜੇ ਉਹ ਫਿਰ ਹਾਸ਼ੀਏ 'ਤੇ ਚਲਾ ਜਾਂਦਾ, ਸੀਨ ਤੋਂ ਬਾਹਰ ਹੋ ਜਾਂਦਾ। ਹਰੀਸ਼ ਰਾਵਤ ਦੇ ਆਉਣ ਤੋਂ ਬਾਅਦ ਜੇ ਸਿੱਧੂ ਚੁੱਪ ਤੋੜ ਕੇ ਇੱਕ ਵਾਰੀ ਫਿਰ ਮੈਦਾਨ 'ਚ ਆਉਂਦਾ ਤਾਂ ਇਹ ਵੀ ਮਾੜੀ ਗੱਲ ਨਹੀਂ ਹੋਵੇਗੀ। ਆਉਣ ਤੋਂ ਵੇਖਾਂਗੇ ਜੀ। ਤੁਸੀਂ BJP ਦੀ ਹੁਣੇ ਗੱਲ ਕੀਤੀ ਤਾਂ ਜਿਹੜੀ BJP ਹੈ ਉਹਨੇ ਕੇਂਦਰ ਵਾਲੇ ਪਾਸਿਓਂ ਤਾਂ ਇੱਕ ਤਰ੍ਹਾਂ ਨਾਲ ਐਲਾਨ ਕਰਨਾ ਸ਼ੁਰੂ ਕਰ ਦਿੱਤਾ। ਮੀਡੀਆ ਹਾਊਸਿਸ ਜਿਹੜੇ ਨੇ ਉਹ ਵੀ ਵਿੱਚੋਂ ਰਿਪੋਰਟਾਂ ਬਣਾ ਕੇ ਚਲਾ ਰਹੇ ਕਿ ਦੇਖੋ ਜੀ ਮੋਦੀ ਜੀ ਤਾਂ ਕਿਸਾਨਾਂ ਦਾ ਫਾਇਦਾ ਕਰ ਰਹੇ ਆ, ਜਿਹੜੇ ਵਿਰੋਧੀ ਨੇ ਰੌਲਾ ਪਾਉਂਦੇ ਆ। ਈਵਨ ਕਿ ਜੇ ਕੱਲ੍ਹ ਤੱਕ ਆਪਣੇ ਛੱਜੇ ਦਾ ਕਰਕੇ ਅਤੇ ਥਾਂ 'ਤੇ ਰੋਂਦੀ ਬੀਬੀ ਜਿਹੜੀ ਕੰਗਣਾ ਰਣੌਤ ਸੀ ਉਹਨੇ ਵੀ ਇਹਦੇ 'ਤੇ ਪੋਸਟਾਂ ਪਾਉਣੀਆਂ ਸ਼ੁਰੂ ਕਰਤੀਆਂ ਕਿ ਦੇਖੋ ਜੀ ਰਾਜਨੀਤਿਕ ਤੌਰ 'ਤੇ ਜਿਨ੍ਹਾਂ ਨੇ ਕਿਸਾਨਾਂ ਨੂੰ ਅੱਜ ਤੱਕ ਕੁਝ ਨਹੀਂ ਦਿੱਤਾ ਉਹ ਮੋਦੀ ਜੀ ਨੇ ਜਦੋਂ ਦਿੱਤਾ ਅਤੇ ਉਹਦੇ 'ਤੇ ਉਹ ਰੌਲਾ ਪਾ ਰਹੇ। ਇਹ ਜਿਹੜੀ ਇਸ ਬਿੱਲ ਨੂੰ ਸਹੀ ਠਹਿਰਾਉਣ ਦੀ ਕਵਾਇਦ ਆ ਅਤੇ ਉਹਦੇ ਵਿੱਚ ਹੁਣ BJP ਜਿਹੜੀ ਪੰਜਾਬ ਵਾਲੀ ਉਹਨੂੰ ਵੀ ਇੱਕ ਤਰ੍ਹਾਂ ਦਾ ਹੁਕਮ ਹੋ ਗਿਆ ਕਿ ਤੁਸੀਂ ਵੀ ਪਿੰਡ ਜਾ ਕੇ ਸਾਰਾ ਕੁਝ ਸਮਝਾਉਣਾ। ਇਸ ਕਵਾਇਦ ਦੇ ਨਾਲ ਤੁਹਾਨੂੰ ਲੱਗਦਾ ਕਿ BJP ਪੰਜਾਬੀਆਂ ਨੂੰ ਸਮਝਾ ਲੂਗੀ? ਜਿਹੜੀ ਕੰਗਣਾ ਰਣੌਤ ਉਹਨੂੰ ਕੀ ਪਤਾ ਕਿ ਕਣਕ ਦਾ ਰੁੱਖ ਵੱਡਾ ਹੁੰਦਾ ਕਿ ਤੋਰੀਏ ਦਾ ਵੱਡਾ ਹੁੰਦਾ ਕਿ ਸਰੋਂ ਦਾ ਜੀ। ਕਦੇ ਖੇਤਾਂ 'ਚ ਗਈ ਹੈ, ਉਹਨੂੰ ਕਿਸਾਨੀ ਮਾਮਲਿਆਂ ਦਾ ਕੀ ਪਤਾ ਜੀ। ਉਹ ਜਿਹੜਾ ਆਪਣਾ ਕੰਮ ਹੈ ਉਹ ਕਰੀ ਚੱਲੇ। ਉਹਦੇ ਸਾਹਮਣੇ ਤਾਂ ਇੱਕੋ ਆ
कि बीजेपी वालिਆਂ ने हाँ की है, वाई कैटेगरी की सिक्योरिटी उन्होंने दी है जी, वो अगली चोण वास्ते तैयारी कर रहे हैं। जो वो कहते हैं बीबी कहती ठीक कहते हैं, मोदी साहब कुछ कह बीबी नाल दी नाल इंडोर्स करी जाती, मोदी साहब बहुत वधिया आखे। जे मोदी साहब ये कह देंगे भड़क नूं कि अज मुहूर्त निकलिया सारे वर्त रखो, सब तो पहला बीबी वर्त रख के बह जूगी। असीं इहनूं नहीं वेखना, मुद्दिआं ते आउणा चाहीदा। उन्हां मुद्दिआं चों इह है कि बीजेपी इस वेले खुल के कह रही है, नरेंद्र मोदी ने भी कहता कि साडे जिहड़े आर्डीनेंस सन ते हुण बिल बना के असीं पार्लीमेंट चों भी पास करवाते आ, राष्ट्रपति दे दस्तखत हो गए तो फिर एक कानून बन जाने आ। इन्हां नूं गलत ढंग नाल पेश किया गया, ये तां जी किसानां दे बहुत वड्डे फायदे च। कल्ले मोदी साहब नहीं कहिंदे, जिहड़ी बीबी हरसिमरत कौर बादल मंत्री मंडल चों अस्तीफा दे के आई है कि मेरी गल मन्नी नहीं गई तो किसानां दे खिलाफ जांदे बिल ये पास किए जा रहे हैं। सुखबीर सिंह बादल की जिहड़ी तकरीर है पार्लीमेंट वो इहो है कि किसानां नाल धक्का हो रहा, साडे नाल धोखा हो रहा, असीं इहदे खिलाफ भी वोट पावांगे। हरसिमरत कौर बादल अस्तीफा भी देवेगी। जदों उत्थे ये गल कहती सी, मैनूं नहीं समझ लगी कि किस तरह बीबी अजे भी अज सवेरे भी उन्हें एक टीवी चैनल में इंटरव्यू देंदियां कहता लोग कहते हैं कि किसानों के खिलाफ है। मैं नहीं कहती, मैं कहनी हाँ कि बिल तो किसानों के हित विच ने, पर किसानों को ये गल समझाई नहीं जा सकी। इसदा मतलब कि बीबी अस्तीफा देने तो बाद भी अजे तक वो नब्ज जी वो भाजपा गठजोड़ के हिसाब नाल धड़कदी है। वो अजे भी इहो कहती है कि ये तो किसानों के भले दे, जे किसानों के भले दे फिर साबित करना चाहिए ना किस तरह दे। भाजपा वाले तो करनगे। हुण बीबी की गल तो बाद भाजपा के पंजाब के प्रधान ने जिहड़ी गल कहती वो भी अकालियां के खिलाफ जाती है। वो कहता जी जिहड़ा अस्तीफा दिता गया वो तो एक सियासी कदम है, उदा अकाली दल भाजपा के गठजोड़ में एनडीए ते गठजोड़ दे विच रहेगा। हुण इह तो लोग ये सोचण लग पैंदे आ कि बीबी हरसिमरत कौर बादल अस्तीफा देने तो बाद भी इन्हां बिलों की सपोर्ट क्यों कर रही। रह गई गल इन्हां बिलों की, ये बिल किसानी वास्ते माड़े। एक पक्ष तो असीं हुण तक लैंदे रहे, वो ये आ कि जदों इन्हां ने खुल देती कि जिथे मर्जी जाके कोई बेचे, सधारण किसान उत्थे जाके बेच नहीं सकता, दूसरे सूबियां तक पहुँच नहीं सकता, ਉਹਦੀ फसल इत्थे ही जिहड़ी व्यापारियां चुक लैनी है। जिहड़ी कुछ फसल इहो जी हुंदी है जिहड़ी नाल दी नाल बेचनी हुंदी है, खास करके सब्जियां ने, आलू ने, सब्जियां जिहड़ियां टमाटर वगैरह ने, ये जिन्ने भी हैं किसान कोल इहो जे कोई एयर कंडीशनर जिहड़े फ्रिज वाले टैंकर है नहीं गे, कंटेनर है नहीं जिन्हां च लद के करनाटका लै जाऊगा पंजाब तो। ये चीज़ां जिहड़ियां ने ये नाल दी नाल खपत होण वालीआं, इन्हां दे विच इदां दीयां छोटां जो देतियां गईआं ते जिन्हां दे कोल कोल्ड स्टोर ने, जिन्हां कोल फ्रीजर वाले कंटेनर ने, वो लद के लै जाणगे, ना किसानां दा होवेगा, कमाई वो करनगे। जिहड़े इकानोमिस्ट है वो आम तौर पर कहिंदे आ कि जिन्ना चिर सरकारी खरीद होए फसल का जिहड़ा रिटेल प्राइस अगे जाके चलना खपतकार कोल ਉਹਦੇ ਚੋਂ घट्टो घट्ट 60% वो किसान नूं मिल जाता, 60 ना मिले 50% ही मिल जाता, तो बाकी खर्चे पा के 100% के करीब जाके रिटेल का भाव हुंदा। हुण जे सरकारी खरीद भी ना रही तो जिहड़ा फसल पैदा करन वाला ਉਹਦੇ पल्ले 15% भी नहीं पैना, वो डिग पैना। इन्हां गल्लां नूं छड्ड के एक मसला होर है। हुण पास कीते बिल्लां 'च एक बिल कंट्रैक्ट फार्मिंग वाला, कंट्रैक्ट फार्मिंग वाला जिहड़ा बिल है ਉਹਦੇ ਵਿੱਚ नोट करने वाली गल ये है कि जदों एक कंट्रैक्ट हो गया, सारे पिंड का कंट्रैक्ट है जी फलानी कारपोरेशन इत्थे फसलां जो कुछ होणगीआं उन्हां नूं खरीदेगी, किसानां नूं कह दिता गया कि तुहानूं साल दे इन्ने इन्ने हज़ार रुपये मिलणगे पर किले के हिसाब नाल, ते बाकी तुहाडे फसल के हिसाब नाल देंगे। वो इस गल ते खुश हो जाणगे, पर बाकी गल्लां दा किसानां नूं नहीं पता अजे। उन्हां चों एक ये भी है कि उन्हां तो लीज लिखा ली जाएगी। फर्ज करो कोई कारपोरेशन आके इत्थे वड्डी कंपनी तुहाडे पिंड दे विच लीज एक लिखा लैंदी है कि सारे पिंड की कंट्रैक्ट फार्मिंग असीं करांगे, वो च गुरप्रीत सिंह संधावालीआ लिख के दे दिंदा कि मेरी फसल इहदे कोल होवेगी। फसल तुहाडी आ पर लैण लग्गिआ उन्हां ने ग्रेडिंग करनी है। उस ग्रेडिंग दे विच कहणगे क्या तुहाडे आलू ये गोल नहीं गए पूरे, ये लमसलमे जी विंगे टेढ़े ये बाहर कढ दिओ, ये नहीं विकणे। अगे हुण तक ये तां नहीं हुंदा। हुण ते आलू का मतलब आलू है जिहड़े बिल्कुल निक्के निक्के हुंदे बंटियां जिहड़े वो तो बाहर कढ़े जाते हैं, बाकी आलू तो बराबर भाव लगते वो तुहाडे कढ़ के बाहर मारनगे भी आ गावां नूं चार लो मझां नूं चार लो, इन्नी असीं चुकदे, बाकी फसल चुकणगे। सानूं 1988 के हड़ां का पता, उन्हां हड़ां 'च सारे पंजाब की कणक कुछ हड़ां नाल खराब हुई,
ਕੁਝ ਖਰਾਬ ਹੋਈ ਸੀ, ਮੀਂਹਾਂ 'ਚ ਭਿੱਜ ਕੇ ਉਹਦਾ ਨਾਂ ਰੱਖਿਆ ਗਿਆ ਸੀ ਭਿੱਜੜ ਕਣਕ। ਵਪਾਰੀਆਂ ਨੇ ਲੈਣੀ ਬੰਦ ਕਰਤੀ, ਸਰਕਾਰੀ ਏਜੰਸੀਆਂ ਲੈਣ ਨਾ, ਮੋਰਚੇ ਲੱਗੇ। ਫਿਰ ਸਰਕਾਰ ਨੇ ਆਖਿਆ ਕਣਕ ਭਾਵੇਂ ਭਿੱਜੜ ਹੈ ਪਰ ਕਿਉਂਕਿ ਕੁਦਰਤੀ ਕਰੋਪੀ ਪਈ ਹੈ, ਇਹਦਾ ਪੂਰਾ ਭਾਅ ਕਿਸਾਨਾਂ ਨੂੰ ਦਿੱਤਾ ਜਾਵੇਗਾ। ਪਰ ਉਹ ਸਾਰੀ ਫਸਲੋਂ ਖਰੀਦੀ ਗਈ ਸੀ। ਹੁਣ ਜਦੋਂ ਸਰਕਾਰੀ ਖਰੀਦ ਨਾ ਹੋਈ, ਕੱਲ੍ਹ ਨੂੰ ਫਿਰ ਇਹੋ ਜਿਹੀ ਕੋਈ ਮੁਸ਼ਕਿਲ ਆ ਜਾਂਦੀ ਹੈ, ਉਸ ਭਿੱਜੜ ਕਣਕ ਨੂੰ ਕੌਣ ਖਰੀਦੇਗਾ? ਕੰਟਰੈਕਟ ਫਾਰਮਿੰਗ ਵਾਲੀ ਉਸ ਕੰਪਨੀ ਨੇ ਆਖਣਾ ਜੀ ਇਹ ਸਾਡਾ ਕੰਮ ਨਹੀਂ, ਇਹ ਹੁਣ ਤੁਸੀਂ ਆਪਣੇ ਕੋਲ ਰੱਖ ਲਓ। ਇੱਕ ਚੀਜ਼ ਹੋ ਰਿਹਾ, ਗੁਰਪ੍ਰੀਤ ਸਿੰਘ ਸੰਧਾਵਾਲੀਆ ਕੰਟਰੈਕਟ ਫਾਰਮਿੰਗ ਦੇ ਵਿੱਚ ਆਪਣੀ ਜ਼ਮੀਨ ਲੀਜ਼ 'ਤੇ ਦੇ ਦਿੰਦਾ ਉਸ ਕੰਪਨੀ ਨੂੰ। ਕੰਪਨੀ ਦੀ 50 ਸਾਲ ਦੀ ਲੀਜ਼ ਆ। ਤੁਸੀਂ ਉਹਦੇ ਵਿੱਚ ਇੱਕ ਕਲਾਸ ਇਹ ਲਿਖੀ ਹੈ ਕਿ ਕੰਪਨੀ ਜਦੋਂ ਚਾਹੇ ਘਾਟਾ ਪੈਂਦਾ ਵੇਖ ਕੇ ਜਾਂ ਉੱਦਾਂ ਉਹਦਾ ਮਨ ਕਰੇ ਆਪਣੀ ਲੀਜ਼ ਕੈਂਸਲ ਕਰ ਸਕਦੀ ਹੈ। ਪਰ ਗੁਰਪ੍ਰੀਤ ਸਿੰਘ ਸੰਧਾਵਾਲੀਆ ਕੋਲ ਇਹ ਅਧਿਕਾਰ ਹੈ ਨਹੀਂ ਕਿ ਉਹ ਆਖੇ ਮੈਂ ਨਹੀਂ ਲੀਜ਼ ਰੱਖਣੀ, ਮੈਂ ਲੀਜ਼ ਕੈਂਸਲ ਕਰਨ ਲੱਗਾ। ਤੁਸੀਂ ਨਹੀਂ ਕਰ ਸਕਦੇ, ਕੈਂਸਲ ਕਰਨ ਦਾ ਅਧਿਕਾਰ ਵੀ ਉਹਨਾਂ ਕੋਲ ਹੈ, ਤੁਸੀਂ ਨਹੀਂ ਕਰ ਸਕਦੇ। ਤੀਸਰੀ ਗੱਲ ਇਹ ਆ ਕਿ ਕੰਪਨੀ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਜ਼ਮੀਨ ਤੁਹਾਡੀ ਹੈ, ਕਿਉਂਕਿ 50 ਸਾਲਾਂ ਵਾਸਤੇ ਲੀਜ਼ 'ਤੇ ਉਹਦੇ ਕੋਲ ਹੈ। ਉਹ ਤੁਹਾਡੀ ਜ਼ਮੀਨ ਦੇ ਉੱਤੇ ਬੈਂਕ ਤੋਂ ਲੋਨ ਲੈ ਸਕਦੀ ਹੈ। ਇੱਕ ਵਾਰੀ ਲੋਨ ਲੈ ਲਿਆ, ਕਰਜ਼ਾ ਲੈ ਲਿਆ, ਕਰਜ਼ਾ ਲੈਣ ਤੋਂ 2 ਸਾਲ ਬਾਅਦ ਉਹਨੇ ਕਹਿ ਦਿੱਤਾ ਅਸੀਂ ਕੰਟਰੈਕਟ ਕੈਂਸਲ ਕੀਤਾ, ਜ਼ਮੀਨ ਤੁਸੀਂ ਆਪਣੀ ਸਾਂਭੋ, ਕੰਪਨੀ ਚਲੀ ਗਈ। ਤੁਸੀਂ ਉਹ ਕਰਜ਼ਾ ਉਤਾਰਦੇ ਰਹੋਗੇ ਜਿਹੜਾ ਤੁਸੀਂ ਲਿਆ ਹੀ ਨਹੀਂ, ਕਰਜ਼ਾ ਲੈ ਕੇ ਕੰਪਨੀ ਚੱਲ ਜਾਏਗੀ। ਅੱਗੇ ਸਾਡੇ ਕੋਲ ਤਜਰਬਾ ਕੀ, ਇੱਕ ਬਹੁਤ ਵੱਡੀ ਕੰਪਨੀ ਨੇ ਪੰਜਾਬ 'ਚ ਬਹੁਤ ਸਾਰੇ ਪੈਟਰੋਲ ਪੰਪ ਲਾਏ ਸਨ। ਜਿਹੜੇ ਲੋਕ ਇਸ ਗੱਲ ਵਾਸਤੇ ਭੱਜ ਕੇ ਉਹਦੇ ਕੋਲ ਗਏ ਕਿ ਵੱਡੀ ਕੰਪਨੀ ਹੈ, ਭੱਜ ਕੇ ਇਸ ਕਰਕੇ ਗਏ ਕਿ ਉਹਦਾ ਤੇਲ ਸਸਤਾ, ਕਮਾਈ ਬਹੁਤ ਆ। ਬਾਅਦ ਵਿੱਚ ਉਹਨਾਂ ਨਾਲ ਹੋਇਆ ਕੀ ਸੀ, ਕੰਪਨੀ ਨੇ ਉਹਨਾਂ ਸਾਰਿਆਂ ਨੂੰ ਆਖਿਆ ਸੀ ਕਿ ਤੁਹਾਡੇ ਪੈਟਰੋਲ ਪੰਪ ਲਾ ਦਿੰਦੇ ਆ, ਕਮਾਈ ਤੁਹਾਨੂੰ ਚੌਖੀ ਹੋਣੀ ਆ, ਪਰ ਪਹਿਲੀ ਸ਼ਰਤ ਇਹ ਆ ਕਿ ਤੁਸੀਂ ਕੱਲ੍ਹ ਨੂੰ ਕੰਮ ਬੰਦ ਨਾ ਕਰ ਦਿਓ। ਇਹਦੀ ਗਰੰਟੀ ਦੇਣ ਵਾਸਤੇ ਜਿਹੜੀ ਪੈਟਰੋਲ ਪੰਪ ਵਾਲੀ ਜ਼ਮੀਨ ਆ ਉਹ ਸਾਡੇ ਨਾਂ 'ਤੇ ਲੀਜ਼ ਕਰ ਦਿਓ, 50 ਸਾਲ 'ਤੇ ਕਰ ਲਿਓ, 100 ਸਾਲ 'ਤੇ ਕਰ ਦਿਓ, ਜਾਂ ਸਾਡੇ ਨਾਂ ਦੇ ਉੱਤੇ ਉੱਦਾਂ ਕਰਾ ਦਿਓ, ਪੱਕਾ ਕਿਰਾਏਨਾਮਾ ਕਰ ਦਿਓ, ਕੁਛ ਕਰ ਦਿਓ। ਕਰਵਾ ਲਏ। ਅਗਲੇ ਸਾਲ ਨੂੰ ਤੇਲ ਦੇ ਰੇਟ ਚੜ੍ਹਾ 'ਤੇ ਦੂਸਰੇ ਪੰਪਾਂ ਤੋਂ ਲੋਕ ਤੇਲ ਲੈਣ ਲੱਗ ਪਏ। ਉਸ ਕੰਪਨੀ ਦੇ ਪੈਟਰੋਲ ਪੰਪਾਂ ਦਾ ਤੇਲ ਵਿਕਣਾ ਬੰਦ ਹੋ ਗਿਆ। ਉਹਨਾਂ ਮਾਲਕਾਂ ਨੇ ਆਖਿਆ ਕਿ ਤੇਲ ਤਾਂ ਵਿਕਦਾ ਨਹੀਂ ਜੀ, ਅਸੀਂ ਪੰਪ ਬੰਦ ਕਰਨਾ ਚਾਹੁੰਦੇ ਹਾਂ। ਕਹਿੰਦੇ ਕਰ ਲਓ। ਕਹਿੰਦੇ ਤੁਸੀਂ ਆਪਣੀ ਮਸ਼ੀਨਰੀ ਪੁੱਟ ਲਓ, ਅਸੀਂ ਆਪਣੀ ਜ਼ਮੀਨ ਵਰਤਣੀ ਹੈ। ਕਹਿੰਦੇ ਜ਼ਮੀਨ ਤਾਂ ਤੁਸੀਂ ਵਰਤ ਹੀ ਨਹੀਂ ਸਕਦੇ, ਜ਼ਮੀਨ ਤਾਂ ਹੱਥ ਵੱਢੇ ਪਏ, ਉਹ ਤਾਂ ਕੰਪਨੀ ਕੋਲ ਲੀਜ਼ 'ਤੇ ਹੈ। ਕੰਪਨੀ ਚਾਹਵੇ ਤਾਂ ਲੀਜ਼ ਕੈਂਸਲ ਕਰ ਸਕਦੀ ਹੈ, ਤੁਸੀਂ ਤਾਂ ਇੱਕ ਤਰਫਾ ਕਰ ਨਹੀਂ ਸਕਦੇ। ਉਹ ਬਹੁਤ ਸਾਰੇ ਜਿਨ੍ਹਾਂ ਨੇ ਪੈਟਰੋਲ ਪੰਪ ਲਾਏ ਸੀ ਉਹਨਾਂ ਦੀਆਂ ਜ਼ਮੀਨਾਂ ਉਸ ਕਾਰਪੋਰੇਸ਼ਨ ਦੇ ਪੱਲੇ ਪੈ ਗਈਆਂ, ਉਹ ਨੰਗ ਹੋ ਕੇ ਘਰਾਂ 'ਚ ਬਹਿ ਗਏ ਸੀ। ਹੁਣ ਇਸ ਵੇਲੇ ਇਹੋ ਨਿਸ਼ਾਨਾ ਕਿਸਾਨਾਂ 'ਤੇ ਸਿੱਧਿਆ ਜਾ ਰਿਹਾ। ਕੰਟਰੈਕਟ ਫਾਰਮਿੰਗ ਦੇ ਨਾਂ 'ਤੇ ਜਦੋਂ ਕਿਸਾਨਾਂ ਦੇ ਹੱਥ ਵਢਾ ਲਿਆ, ਕੱਲ੍ਹ ਨੂੰ ਕੰਪਨੀ ਚਾਹਵੇ ਤਾਂ ਲੀਜ਼ ਕੈਂਸਲ ਕਰ ਸਕਦੀ, ਤੁਸੀਂ ਕਰ ਨਹੀਂ ਸਕਦੇ। ਤੁਹਾਡੀ ਜ਼ਮੀਨ ਦੇ ਉੱਤੇ ਕੰਪਨੀ ਜਿਹੜੀ ਆ ਉਹ ਕਰਜ਼ਾ ਵੀ ਲੈ ਸਕਦੀ ਹੈ, ਅਤੇ ਕਰਜ਼ਾ ਲੈਣ ਤੋਂ ਬਾਅਦ ਵੀ ਜੇ ਉਹ ਲੀਜ਼ ਕੈਂਸਲ ਕਰਕੇ ਤੁਰ ਜਾਵੇ ਅਤੇ ਉਹਦੇ ਕੋਲ ਤਾਂ ਉਹਨੂੰ ਵਕੀਲ ਵੀ ਨਹੀਂ ਕਰਨੇ ਪੈਂਦੇ। ਇਹਨਾਂ ਵੱਡੀਆਂ ਕਾਰਪੋਰੇਸ਼ਨਾਂ ਨੇ ਆਪਣੇ ਵਕੀਲ ਪੱਕੇ ਰੱਖੇ ਹੁੰਦੇ ਆ, ਜਿਨ੍ਹਾਂ ਨੂੰ ਵੱਧੀ ਤਨਖਾਹ ਦਿੰਦੇ ਆ ਅਤੇ ਮੁਕੱਦਮੇ ਲੜਦੇ ਆ। ਤੁਸੀਂ ਤਾਂ ਮੁਕੱਦਮੇ ਲੜਦਿਆਂ ਵਕੀਲਾਂ ਦੀਆਂ ਫੀਸਾਂ ਦੇ ਉੱਜੜ ਜਾਓਗੇ, ਤੁਹਾਡੇ ਕੋਲ ਫੀਸਾਂ ਨਹੀਂ ਦਿੱਤੀਆਂ ਜਾ ਸਕਣੀਆਂ। ਇਹ ਸਾਰਾ ਕੁਝ ਇੰਨਾ ਗੁੰਝਲਦਾਰ ਆ, ਇੰਨਾ ਉਲਝਣ ਭਰਿਆ ਕਿ ਬੀਜੇਪੀ ਹੁਣ ਇਹਨਾਂ ਨੇ ਸਨੀ ਦਿਓਲ ਨੂੰ ਵੀ ਕੱਢ ਲਿਆਂਦਾ। ਇੰਨਾ ਲੰਮਾ ਸਮਾਂ ਹੋ ਗਿਆ, ਆ ਕਰੋਨਾ ਦੇ ਸਾਰੇ ਚੱਕਰ 'ਚ ਸਨੀ ਦਿਓਲ ਨਹੀਂ ਆਪਣੇ ਹਲਕੇ 'ਚ ਵੜਿਆ। ਲੋਕ ਉੱਥੇ ਪੋਸਟਰ ਲਾਉਂਦੇ ਰਿਹਾ ਕਿ ਸਨੀ ਦਿਓਲ ਗਵਾਚ ਗਿਆ, ਲੱਭਦਾ ਨਹੀਂ। ਹੁਣ ਸਨੀ ਦਿਓਲ ਐਨ ਉਸ ਮੌਕੇ ਜਦੋਂ ਬੀਜੇਪੀ ਸਰਕਾਰ ਮੁਸ਼ਕਿਲ 'ਚ, ਉਹਨੂੰ ਇਹ ਜਾਪਦਾ ਕਿ ਕਿਸਾਨਾਂ ਦੇ ਵਿੱਚ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ। ਉਹਨਾਂ ਨੇ ਆਖਿਆ ਕਾਕਾ ਫਿਲਮਾਂ ਛੱਡ, ਉੱਥੇ ਚੱਲ। ਕਾਕਾ ਵੀ ਪਤਾ ਨਹੀਂ ਕਿਉਂ ਕਹਿੰਦੇ ਆ, ਉੱਦਾਂ ਕਾਕਾ ਕੂਕਾ ਕੋਈ ਨਹੀਂ। ਮੇਰੀ ਉਮਰ ਵੇਖੋ, ਮੇਰੇ ਤੋਂ 3 ਸਾਲ ਛੋਟਾ ਸਰ, ਮੈਂ 66 ਦਾ, ਉਹ 63 ਦਾ। ਉਹਨੂੰ ਉੱਥੇ ਲਿਆ ਕੇ ਬਿਠਾਤਾ ਕਿਸਾਨਾਂ 'ਚ, ਚੱਲ ਤੂੰ ਉਹ 2.5 ਕਿਲੋ ਦਾ ਹੱਥ ਆਪਣਾ ਲੋਕਾਂ ਨੂੰ ਵਿਖਾ ਅਤੇ ਲੋਕਾਂ ਨੂੰ ਕਹਿ ਕਿ ਇਹ ਬਿੱਲ ਤੁਹਾਡੇ ਫਾਇਦੇ 'ਚ ਆ। ਉਹ ਜੋ ਕੁਝ ਦੱਸਿਆ ਜਾ ਰਿਹਾ ਕਿਸਾਨਾਂ ਨੂੰ, ਅਸਲ 'ਚ ਉਹ ਨਹੀਂ, ਸਾਰਾ ਕੁਝ ਕਿਸਾਨਾਂ ਦੇ ਖਿਲਾਫ ਹੋ ਰਿਹਾ। ਇੱਕ ਸਵਾਲ ਇਹ ਬਣਦਾ ਬੰਨੂ ਸਾਹਿਬ ਕਿ ਇੱਥੇ ਹੁਣ ਜੇ ਬੀਜੇਪੀ ਨੇ ਇੱਦਾਂ ਹੀ ਚੱਲਣਾ, ਜੇ ਮੰਨ ਲਓ ਕਿ ਉਹਨੂੰ ਲੱਗਦਾ ਕਿ ਵੀ ਇਹ ਬਿੱਲ ਸਹੀ ਹੈ ਅਤੇ ਆਪਾਂ ਇਹਨੂੰ ਪੰਜਾਬ ਦੇ ਲੋਕਾਂ ਨੂੰ ਜਚਾਉਣਾ, ਅਤੇ ਫਿਰ 2022 ਦੀਆਂ ਇਸ ਵਕਤ ਇਲੈਕਸ਼ਨਾਂ ਪੰਜਾਬੀਆਂ ਨੂੰ ਨਜ਼ਰ ਆ ਰਹੀਆਂ, ਸਾਰੀਆਂ ਪਾਰਟੀਆਂ ਨੂੰ ਨਜ਼ਰ ਆ ਰਹੀਆਂ, ਅਤੇ ਬੀਜੇਪੀ ਜੇ ਫਿਲਹਾਲ ਤਾਂ ਚਲੋ ਅਕਾਲੀ ਦਲ ਗੱਠਜੋੜ 'ਚ ਹੈਗਾ, ਕੱਲ੍ਹ ਨੂੰ ਅਕਾਲੀ ਦਲ ਗੱਠਜੋੜ ਵੀ ਤੋੜ ਦੇਵੇ, ਅਤੇ ਫਿਰ ਬੀਜੇਪੀ ਆਪਣੇ ਸਿਰ ਬਸਿਰ ਜਾਂ ਕਿਸੇ ਹੋਰ ਭਾਈਵਾਲ ਨੂੰ ਨਾਲ ਲੈ ਕੇ ਪੰਜਾਬ ਜਿੱਤ ਲੂਗੀ। ਦੇਖੋ ਅਕਾਲੀ ਦਲ ਜਿਹੜਾ ਉਹ ਤਾਂ ਪਹਿਲਾਂ ਹੀ ਇੱਥੇ ਇੱਕ ਖੜਾ ਕਿ ਕਦੇ ਉਹ ਬੀਜੇਪੀ ਵੱਲ ਝਾਕਦਾ, ਕਦੇ ਪਿੰਡਾਂ ਦੇ ਕਿਸਾਨਾਂ ਵੱਲ ਝਾਕਦਾ। ਜੇ ਕਿਸਾਨਾਂ ਵੱਲ ਝਾਕੇ ਤਾਂ ਬੀਜੇਪੀ ਛੱਡਣੀ ਪੈਂਦੀ ਹੈ, ਬੀਜੇਪੀ ਵੱਲ ਝਾਕੇ ਅਤੇ ਕਿਸਾਨ ਰੁੱਸ ਜਾਣ, ਸੀਟਾਂ ਗਵਾਉਣੀਆਂ ਪੈਂਦੀਆਂ। ਇਹ ਦੁਚਿੱਤੀ 'ਚ ਫਸੇ ਆ, ਜਿਹੜਾ ਦੁਚਿੱਤੀ 'ਚ ਫਸੇ ਉਹ ਨੁਕਸਾਨ ਕਰਵਾ ਲੈਂਦਾ। ਬੀਜੇਪੀ ਨੇ 3-4 ਆਪਸ਼ਨਾਂ ਰੱਖੀਆਂ। ਉਹਨਾਂ ਨੇ ਢੀਂਡਸਾ ਧੜਾ ਉਹ ਅਕਾਲੀ ਦਲ ਵੱਖਰਾ ਬਣਾਈ ਬੈਠੇ
ਕਿਸੇ ਵਕਤ ਵੀ ਉਹਦੇ ਨਾਲ ਕੁੰਡੀ ਜੋੜ ਸਕਦੇ ਆ ਜੀ ਕਿ ਤੁਸੀਂ ਆਓ ਸੁਖਬੀਰ ਹੋਰੀ ਹੁਣ ਉਹਨਾਂ ਨੂੰ ਆਪਾਂ ਪਾਸੇ ਕਰ ਦਿੰਦੇ ਹਾਂ। ਇਹਦੇ ਵਾਸਤੇ ਵੀ ਟਰਾਈ ਹੋ ਰਹੀ ਹੈ। ਇਹਦੇ ਤੋਂ ਇਲਾਵਾ ਵੀ 3-4 ਬਾਹਰ ਬੈਠੇ ਲੀਡਰ ਇਹੋ ਜਿਹੇ ਆ ਜਿਹੜੇ ਪਹਿਲਾਂ ਕਿਸੇ ਨਾ ਕਿਸੇ ਪਾਰਟੀ 'ਚ ਹੁੰਦੇ ਸੀ, ਹੁਣ ਗੁੱਛੀ ਮਾਰ ਕੇ ਬੈਠੇ ਆ। ਬੀਜੇਪੀ ਉਹਨਾਂ ਸਾਰਿਆਂ ਤੱਕ ਤਾਲਮੇਲ ਕਰਦੀ ਪਈ ਆ ਕਿ ਤੁਸੀਂ ਆਓ, ਸਾਨੂੰ ਇੱਕ ਸਿੱਖ ਚਿਹਰਾ ਚਾਹੀਦਾ। ਉਹ ਸਿੱਖ ਚਿਹਰੇ ਦੇ ਨਾਂ 'ਤੇ ਕੱਲ੍ਹ ਨੂੰ ਉਹਨਾਂ 'ਚੋਂ ਕਿਸੇ ਇੱਕ ਨੂੰ ਖੜਾ ਕਰਕੇ ਪ੍ਰਚਾਰ ਮੀਡੀਆ ਕਿਹਦੇ ਕੋਲ, ਸਾਰੇ ਦਾ ਸਾਰਾ ਪ੍ਰਚਾਰ ਤੰਤਰ ਉਹਨਾਂ ਕੋਲ ਜੀ, TV ਚੈਨਲ ਉਹਨਾਂ ਕੋਲ ਨੇ। ਸੋਸ਼ਲ ਮੀਡੀਆ ਦੇ ਉੱਤੇ ਇਸ ਵੇਲੇ ਸਭ ਤੋਂ ਵੱਧ ਸਰਗਰਮ ਜੇ ਕੋਈ ਧਿਰ ਹੈਗੀ ਆ ਤੇ ਉਹ ਭਾਰਤੀ ਜਨਤਾ ਪਾਰਟੀ ਹੈ। ਲਾਈਕਸ ਨਾਲ ਉਹਨਾਂ ਦੇ ਡਿਸਲਾਈਕਸ ਵੱਧਦੇ ਆ। ਇਹਦੇ ਬਾਵਜੂਦ ਜਦੋਂ ਅੱਧੇ ਤੋਂ ਵੱਧ ਚੈਨਲ ਇਸ ਗੱਲ 'ਤੇ ਲੱਗੇ ਹੋਣ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਹਰ ਮੋਦੀ, ਘਰ ਘਰ ਮੋਦੀ ਇਹੋ ਗਾਈ ਜਾਣਾ, ਤੇ ਅਸਰ ਉਹਦਾ ਪੈਣਾ। ਸੋ ਇਸ ਵੇਲੇ ਬੀਜੇਪੀ ਜਿਸ ਤਰ੍ਹਾਂ ਦੀ ਖੇਡ ਖੇਡਦੀ ਪਈ ਜੀ, ਇੱਕ ਬਹੁਤ ਵੱਡੀ ਰਿਸਕ ਵਾਲੀ ਗੇਮ ਹੈ, ਜਿਹਦੇ ਵਿੱਚ ਉਹ ਕਿਸੇ ਵੀ ਤਰੀਕੇ ਪੰਜਾਬ ਦੀਆਂ ਅਗਲੀਆਂ ਚੋਣਾਂ ਵਾਸਤੇ ਇੱਕ ਨਵਾਂ ਟਕਵੰਜ, ਨਵਾਂ ਗੱਠਜੋੜ ਉਹ ਖੜਾ ਕਰਨਾ ਚਾਹੁੰਦੀ ਹੈ, ਜਿਹਦੇ 'ਚ ਇਹ ਹੋ ਸਕਦਾ ਕਿ ਅੱਜ ਭਾਵੇਂ ਕਹਿੰਦੇ ਆ ਕਿ ਅਕਾਲੀਆਂ ਨੇ ਸਿਆਸੀ ਕਦਮ ਤਾਂ ਚੁੱਕ ਲਿਆ, ਰਹਿਣਾ ਸਾਡੇ ਨਾਲ ਸਾਡੇ ਗੱਠਜੋੜ 'ਚ ਹੀ ਆ। ਜਿੱਦਣ ਪਤਾ ਲੱਗਾ ਇਹਨਾਂ ਨੇ ਸ਼ਾਮ ਨੂੰ ਅਚਾਨਕ ਗੱਠਜੋੜ 'ਚੋਂ ਬਾਹਰ ਕੱਢ ਰਹੇ, ਅੱਗੇ ਸ਼ਿਵ ਸੈਨਾ ਨਾਲ ਕੀ ਕੀਤੀ ਹੈ, ਹੋਰਨਾਂ ਕਈਆਂ ਨਾਲ ਕਰ ਚੁੱਕੇ ਆ। ਅਗਲੀ ਵਾਰੀ ਜੇ ਕਿਸੇ ਦੀ ਆ ਸਕਦੀ ਹੈ ਤੇ ਉਹ ਬਾਦਲ ਅਕਾਲੀ ਦਲ ਆ, ਜਿਹਨੂੰ ਮੱਖਣ 'ਚੋਂ ਬਾਲ ਵਾਂਗੂ ਕੱਢ ਕੇ ਕਿਸੇ ਵਕਤ ਵੀ ਮੋਦੀ ਹੋਰੀ ਕਹਿਣਗੇ ਇਹ ਇੱਥੋਂ ਹੋ ਸਕਦਾ ਮੀਟਿੰਗ ਵਾਸਤੇ ਜਾਣ, ਤੇ ਦਿੱਲੀ ਗਿਆ ਨੂੰ ਪਤਾ ਲੱਗੇ ਕਿ ਰੱਖੀ ਸੀ ਮੀਟਿੰਗ ਕੈਂਸਲ ਹੋ ਗਈ ਆ, ਹੁਣ ਤੁਸੀਂ ਮੁਕਤਸਰ ਦੀਆਂ ਟਿਕਟਾਂ ਲੈ ਲਓ। ਜੀ, ਸਮਾਂ ਕੱਢਿਆ ਪੰਜ ਸਾਹਿਬ, ਤੁਸੀਂ ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।